हाँ जी, ਹੈਲੋ ਸਟੂਡੈਂਟਸ। ਅੱਜ ਅਸੀਂ ਆਰਸੀ ਸਵੈ ਜੀਵਨੀ ਜੋ ਕਿ ਪ੍ਰਿੰਸੀਪਲ ਤੇਜਾ ਸਿੰਘ ਜੀ ਦੁਆਰਾ ਲਿਖੀ ਗਈ ਆ ਉਹਦਾ ਸਮਾਜ ਸੱਭਿਆਚਾਰਕ ਪ੍ਰਪੇਖ ਜਿਹੜਾ ਉਹਨੂੰ ਸਾਰਨ ਦਾ ਯਤਨ ਕਰਾਂਗੇ। ਪ੍ਰਿੰਸੀਪਲ ਤੇਜਾ ਸਿੰਘ ਨੂੰ ਮੁੱਖ ਰੂਪ ਦੇ ਵਿੱਚ ਨਿਬੰਧਕਾਰ ਕਿਹਾ ਜਾਂਦਾ ਹੈ। ਇਹਨਾਂ ਦੀ ਨਿਬੰਧ ਦੇ ਖੇਤਰ ਦੇ ਵਿੱਚ ਜਾਂ ਪੰਜਾਬੀ ਵਾਰਤਕ ਦੇ ਖੇਤਰ ਵਿੱਚ ਜਿਹੜੀ ਅਣਮੁੱਲੀ ਦੇਣ ਆ। ਪ੍ਰਿੰਸੀਪਲ ਤੇਜਾ ਸਿੰਘ ਦਾ ਸ਼ੁਮਾਰ ਪੰਜਾਬੀ ਵਾਰਤਕਾਰਾਂ ਦੀ ਪਹਿਲੀ ਸ਼੍ਰੇਣੀ ਵਿੱਚ ਕੀਤਾ ਜਾਂਦਾ ਹੈ। ਆਰਸੀ ਇੱਕ ਐਸੀ ਸਵੈ ਜੀਵਨੀ ਆ ਜੋ ਉਸ ਸਮੇਂ ਦੇ ਸਮੁੱਚੇ ਸਮਾਜ ਨੂੰ ਚਿੱਤਰਦੀ ਆ। ਇਸ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਦੀਆਂ ਯਾਦਾਂ ਦੇ ਨਾਲ ਨਾਲ ਉਸ ਸਮੇਂ ਦਾ ਸਾਨੂੰ ਪੂਰਾ ਵੇਰਵਾ ਵੀ ਜਿਹੜਾ ਪ੍ਰਾਪਤ ਹੁੰਦਾ ਆ। ਇਹਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਜਨਮ ਬਚਪਨ ਦੀਆਂ ਅਹਿਮ ਘਟਨਾਵਾਂ, ਜ਼ਿੰਦਗੀ ਦੀਆਂ ਘਟਨਾਵਾਂ, ਸਮੁੱਚੀ ਜ਼ਿੰਦਗੀ ਨੂੰ ਹੀ ਬਹੁਤ ਅੱਛੇ ਤਰੀਕੇ ਦੇ ਨਾਲ ਪੇਸ਼ ਕੀਤਾ ਆ। ਆਰਸੀ ਸਵੈ ਜੀਵਨੀ ਨੂੰ ਪੜ੍ਹਨ ਤੋਂ ਬਾਅਦ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਹ ਮਹਿਜ਼ ਪ੍ਰਿੰਸੀਪਲ ਤੇਜਾ ਸਿੰਘ ਦੀ ਹੀ ਸਵੈ ਜੀਵਨੀ ਨਹੀਂ ਆ। ਇਹਦੇ ਵਿੱਚ ਉਸ ਸਮੇਂ ਦੇ ਪੂਰੇ ਸਮਾਜ ਦੀ ਤਸਵੀਰ ਵੀ ਜਿਹੜੀ ਸਾਨੂੰ ਵੇਖਣ ਨੂੰ ਮਿਲਦੀ ਆ। ਸਵੈ ਜੀਵਨੀ ਇੱਕ ਮਹਿਜ਼ ਇਨਸਾਨ ਦੇ ਜੀਵਨ ਨੂੰ ਹੀ ਪੇਸ਼ ਨਹੀਂ ਕਰਦੀ, ਸਗੋਂ ਉਸ ਦੇ ਵਿੱਚ ਉਸ ਨਾਲ ਵਿਚਰੇ ਤਮਾਮ ਵਿਅਕਤੀਆਂ ਅਤੇ ਉਸ ਸਮੇਂ ਦਾ ਸਮੁੱਚਾ ਆਲਾ ਦੁਆਲਾ ਵੀ ਚਿੱਤਰਿਆ ਜਾਂਦਾ ਹੈ। ਇਸ ਲਈ ਆਰਸੀ ਨੂੰ ਜਾਣਨ ਤੋਂ ਪਹਿਲਾਂ ਸਮਾਜ ਕੀ ਹੈ ਇਹਨੂੰ ਜਾਣਨਾ ਬਹੁਤ ਜ਼ਰੂਰੀ ਹੈ। ਇੱਕੋ ਜਿਹੀਆਂ ਭੂਗੋਲਿਕ, ਸਮਾਜਿਕ ਅਤੇ ਰਾਜਨੀਤਿਕ ਸੰਗਠਨਾਂ ਵਿੱਚ ਰਹਿੰਦੇ ਹੋਏ ਲੋਕ ਸਮੂਹ ਨੂੰ ਸਮਾਜ ਦੀ ਸੰਗਿਆ ਦਿੱਤੀ ਜਾਂਦੀ ਹੈ। ਸਮਾਜ ਵਿਚਲੇ ਲੋਕ ਗੂੜ੍ਹੇ ਸਮਾਜੀ ਸੰਬੰਧਾਂ ਵਿੱਚ ਬੱਝੇ ਹੁੰਦੇ ਹਨ। ਸਮਾਜਿਕ ਸੰਸਥਾਵਾਂ ਅਤੇ ਸੱਭਿਆਚਾਰ ਦੀ ਸਾਂਝ ਹੀ ਕਿਸੇ ਸਮਾਜ ਦੇ ਹੱਦ ਬੰਨੇ ਜਿਹੜੇ ਉਹਨਾਂ ਨੂੰ ਨਿਰਧਾਰਿਤ ਕਰਦੀ ਹੈ। ਸਮਾਜ ਵਿੱਚ ਪਰਿਵਾਰ, ਵਿਆਹ, ਪਹਿਰਾਵਾ, ਖਾਣ ਪੀਣ ਆਦਿ ਸਾਰੇ ਪੱਖ ਸਾਨੂੰ ਵੇਖਣ ਨੂੰ ਮਿਲ ਜਾਂਦੇ ਆ। ਇਸੇ ਪ੍ਰਕਾਰ ਹੁਣ ਅਸੀਂ ਇਹ ਦੇਖਣ ਦਾ ਯਤਨ ਕਰਾਂਗੇ ਕਿ ਆਰਸੀ ਦੇ ਵਿੱਚ ਜਿਹੜਾ ਉਸ ਸਮੇਂ ਦਾ ਸਮਾਜ ਆ ਉਹ ਕਿਸ ਤਰੀਕੇ ਨਾਲ ਪੇਸ਼ ਹੋਇਆ ਹੈ, ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਹੜਾ ਪਰਿਵਾਰ ਦਾ ਸਰੂਪ ਜਿਹੜਾ ਹੈ ਉਹਨੂੰ ਦੇਖਣ ਦਾ ਯਤਨ ਕਰਾਂਗੇ। ਆਰਸੀ ਦੇ ਵਿੱਚ ਪਰੰਪਰਿਕ ਪੰਜਾਬ ਦਾ ਜਿਹੜਾ ਸੰਯੁਕਤ ਪਰਿਵਾਰ ਰੂਪ ਸੀਗਾ ਉਹ ਸਾਡੇ ਸਾਹਮਣੇ ਆਉਂਦਾ ਹੈ। ਅੱਜ ਕੱਲ੍ਹ ਜਿਵੇਂ ਮਾਡਰਨ ਯੁੱਗ ਆ ਅਤੇ ਇਕਹਿਰਾ ਪਰਿਵਾਰ ਜਿਹੜਾ ਪ੍ਰਣਾਲੀ ਆ ਉਹ ਪ੍ਰਚਲਿਤ ਆ। ਕੋਈ ਵੀ ਵਿਅਕਤੀ ਨਹੀਂ ਚਾਹੁੰਦਾ ਵੀ ਸਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਕੋਈ ਵੀ ਇਨਸਾਨ ਦਖਲ ਅੰਦਾਜ਼ੀ ਕਰੇ। ਇਸ ਕਰਕੇ ਇਕਹਿਰੇ ਪਰਿਵਾਰ ਜਿਹੜੇ ਆ ਉਹ ਹੋਂਦ ਵਿੱਚ ਆ ਰਹੇ ਨੇ ਅਤੇ ਲੋਕ ਇਕਹਿਰੇ ਪਰਿਵਾਰਾਂ ਦੇ ਵਿੱਚ ਰਹਿਣਾ ਹੀ ਪਸੰਦ ਕਰਦੇ ਆ। ਪਰ ਆਰਸੀ ਦੇ ਵਿੱਚ ਸਾਨੂੰ ਪਰਿਵਾਰ ਦਾ ਇੱਕ ਵੱਡਾ ਰੂਪ ਵੇਖਣ ਨੂੰ ਮਿਲਦਾ ਹੈ, ਜਿਹਦੇ ਵਿੱਚ ਲੇਖਕ ਦੇ ਦਾਦਾ ਦਾਦੀ, ਮਾਤਾ ਪਿਤਾ, ਚਾਚੇ ਤਾਏ ਅਤੇ ਉਹਨਾਂ ਦੇ ਬੱਚੇ ਜਿਹੜੇ ਆ ਉਹ ਰਹਿੰਦੇ ਸੀਗੇ। ਉਸ ਸਮੇਂ ਦਾ ਜਿਹੜਾ ਜੀਣ ਦਾ ਢੰਗ ਆ ਉਹਦੇ ਸਾਧਨ ਵੀ ਅੱਜ ਨਾਲੋਂ ਵੱਖਰੇ ਸੀ। ਉਦੋਂ ਪੇਂਡੂ ਵਿਵਸਥਾ ਸੀਗੀ ਅਤੇ ਪੇਂਡੂ ਵਿਵਸਥਾ ਵੀ ਆਤਮ ਨਿਰਭਰ ਸੀ। ਲੋਕਾਂ ਦੇ ਘਰੇਲੂ ਉਦਯੋਗ ਸੀਗੇ, ਛੋਟੇ ਉਦਯੋਗ ਸੀਗੇ ਅਤੇ ਆਰਥਿਕਤਾ ਦਾ ਜਿਹੜਾ ਮੁੱਖ ਸਾਧਨ ਸੀਗਾ ਉਹ ਖੇਤੀ ਸੀ। ਅਤੇ ਆਰਸੀ ਦੇ ਵਿੱਚੋਂ ਸਾਨੂੰ ਪਤਾ ਲੱਗਦਾ ਆ ਕਿ ਲੇਖਕ ਦੇ ਜਿਹੜੇ ਦਾਦਾ ਅਤੇ ਉਹਦੇ ਪਿਤਾ ਜਾਂ ਉਹਦੇ ਚਾਚੇ ਤਾਏ ਵੀ ਖੇਤੀ ਕਰਕੇ ਹੀ ਆਪਣਾ ਜੀਵਨ ਨਿਰਬਾਹ ਕਰਦੇ ਸੀ। ਅਤੇ ਜਿਹੜੀ ਉਸ ਸਮੇਂ ਦੇ ਜਿਹੜੀ ਕਿਸਾਨੀ ਆ ਉਹਦੀ ਮਾੜੀ ਹਾਲਤ ਸੀਗੀ, ਜਿਹਦਾ ਸਾਨੂੰ ਆਰਸੀ ਦੇ ਵਿੱਚੋਂ ਪਤਾ ਲੱਗਦਾ ਹੈ। ਪ੍ਰਿੰਸੀਪਲ ਤੇਜਾ ਸਿੰਘ ਜਿਹੜੇ ਸੀ ਉਹਨਾਂ ਨੇ ਖੁਦ ਇੱਕ ਪ੍ਰੋਫੈਸਰੀ ਦਾ ਕਿੱਤਾ ਅਪਣਾਇਆ ਸੀ ਅਤੇ ਇਹਦੇ ਤੋਂ ਹੀ ਉਹਨਾਂ ਨੇ ਆਪਣਾ ਕਰਜ਼ਾ ਵੀ ਉਤਾਰਿਆ। ਅਤੇ ਖੇਤੀ ਉਸ ਸਮੇਂ ਜਦੋਂ ਬੰਦਾ ਖੇਤੀ ਕਰਦਾ ਸੀਗਾ ਅਤੇ ਉਹਦੇ ਵਾਸਤੇ ਉਹਨੂੰ ਜ਼ਿਆਦਾ ਬੰਦਿਆਂ ਦੀ ਲੋੜ ਸੀਗੀ। ਇਸੇ ਕਰਕੇ ਇਕੱਠੇ ਪਰਿਵਾਰਾਂ ਦਾ ਜਿਹੜਾ ਸੰਯੁਕਤ ਪਰਿਵਾਰਾਂ ਦਾ ਰਿਵਾਜ਼ ਸੀਗਾ, ਕਿਉਂਕਿ ਜਿੰਨੇ ਜ਼ਿਆਦਾ ਬੱਚੇ ਜਾਂ ਇਨਸਾਨ ਹੋਣਗੇ ਉਨਾ ਹੀ ਖੇਤੀ ਜਿਹੜੀ ਆ ਉਹਨੂੰ ਵਧੀਆ ਤਰੀਕੇ ਨਾਲ ਕੀਤਾ ਜਾਊਗਾ। ਕਿਉਂਕਿ ਉਸ ਸਮੇਂ ਟਰੈਕਟਰ ਆਦਿ ਜਿਹੜੇ ਸਾਰੇ ਲੋਕਾਂ ਕੋਲ ਨਹੀਂ ਸੀ ਹੁੰਦੇ, ਹਲ ਨਾਲ ਹੀ ਜਿਹੜੀ ਖੇਤੀ ਕੀਤੀ ਜਾਂਦੀ ਸੀ, ਬਲਦਾਂ ਨਾਲ। ਅਤੇ ਜਦੋਂ ਅੰਗਰੇਜ਼ ਭਾਰਤ ਦੇ ਵਿੱਚ ਆਉਂਦੇ ਆ ਉਹਨਾਂ ਦੇ ਆਉਣ ਨਾਲ ਬਹੁਤ ਪਰਿਵਰਤਨ ਵਾਪਰਦੇ ਆ। ਅੰਗਰੇਜ਼ ਭਾਰਤ ਵਿੱਚ ਆ ਕੇ ਉਦਯੋਗੀਕਰਨ ਸਥਾਪਿਤ ਕਰਦੇ ਆ, ਇੰਡਸਟਰੀਜ਼ ਲਾਉਂਦੇ ਆ, ਮਸ਼ੀਨਾਂ ਲਾਉਂਦੇ ਆ ਅਤੇ ਉਦੋਂ ਲੋਕਾਂ ਨੇ ਘਰੇਲੂ ਉਦਯੋਗਾਂ ਨੂੰ ਛੱਡ ਕੇ ਅਤੇ ਸ਼ਹਿਰਾਂ ਵਿੱਚ ਆਉਣਾ ਸ਼ੁਰੂ ਕੀਤਾ। ਇਹਦੇ ਨਾਲ ਉਹਨਾਂ ਦੇ ਕੰਮ ਧੰਦੇ ਦੇ ਜਿਹੜੇ ਪੈਟਰਨ ਸੀਗੇ ਉਹਦੇ ਵਿੱਚ ਵੀ ਬਦਲਾਵ ਆਇਆ, ਉਹਨਾਂ ਦੇ ਖਾਣ ਪੀਣ 'ਚ ਵੀ ਬਦਲਾਵ ਆਇਆ, ਉਹਨਾਂ ਦੇ ਪਹਿਰਾਵੇ ਦੇ ਵਿੱਚ ਵੀ ਬਦਲਾਵ ਆਇਆ। ਬਹੁਤਾ ਕਰਕੇ ਜਿਹੜਾ ਬਦਲਾਵ ਆ ਉਹ ਸਾਨੂੰ ਸ਼ੁਰੂ ਦੇ ਵਿੱਚ ਆਦਮੀਆਂ ਦੇ ਵਿੱਚ ਵੇਖਣ ਨੂੰ ਮਿਲਦਾ ਹੈ, ਉਹਨਾਂ ਦੇ ਪਹਿਰਾਵੇ ਦੇ ਵਿੱਚ ਵੇਖਣ ਨੂੰ ਮਿਲਦਾ ਹੈ। ਦੂਸਰਾ, ਸਾਨੂੰ ਉਸ ਸਵੈ ਜੀਵਨੀ ਦੇ ਵਿੱਚੋਂ ਉਸ ਸਮੇਂ ਦੀ ਜਿਹੜਾ ਵਿਆਹ ਪ੍ਰਬੰਧ ਹੈ ਉਹਦੇ ਬਾਰੇ ਥੋੜ੍ਹੀ ਜਿਹੀ ਝਲਕ ਮਿਲਦੀ ਆ। ਉਸ ਸਮੇਂ ਦਾ ਜਿਹੜਾ ਸਮੁੱਚਾ ਵਿਆਹ ਪ੍ਰਬੰਧ ਸੀ ਉਹਦੇ ਬਾਰੇ ਤਾਂ ਪ੍ਰਿੰਸੀਪਲ ਤੇਜਾ ਸਿੰਘ ਜੀ ਬਹੁਤੀ ਗੱਲ ਨਹੀਂ ਕਰਦੇ, ਪਰ ਉਹਨਾਂ ਦੀਆਂ ਕੁਛ ਜਿਹੜੀਆਂ ਐਗਜ਼ਾਮਪਲ ਉਹਨਾਂ ਨੇ ਦਿੱਤੀਆਂ ਨੇ ਉਹਦੇ ਤੋਂ ਸਾਨੂੰ ਪਤਾ ਲੱਗਦਾ ਆ ਕਿ ਉਸ ਸਮੇਂ ਦੇ ਵਿੱਚ ਹਿੰਦੂ ਪਰਿਵਾਰ ਦਾ
ਪਰਿਵਾਰ ਦੀ ਲੜਕੀ ਜਾਂ ਸਿੱਖ ਪਰਿਵਾਰ ਦੀ ਲੜਕੀ ਦਾ ਵਿਆਹ ਜਿਹੜਾ ਹਿੰਦੂ ਪਰਿਵਾਰ 'ਚ ਹੋ ਜਾਂਦਾ ਸੀਗਾ। ਅਤੇ ਮਤਲਬ ਇਸ ਤਰ੍ਹਾਂ ਇੰਟਰਕਾਸਟ ਮੈਰਿਜਿਸ ਹੋ ਜਾਂਦੀਆਂ ਸੀਗੀਆਂ ਉਸ ਸਮੇਂ ਦੇ ਵਿੱਚ। ਪਰ ਬਹੁਤੀਆਂ ਰਸਮਾਂ ਰੀਤਾਂ ਬਾਰੇ ਸਾਨੂੰ ਇਹਦੇ ਵਿੱਚੋਂ ਜਾਣਕਾਰੀ ਨਹੀਂ ਮਿਲਦੀ। ਇਹਦੇ ਵਿੱਚੋਂ ਸਾਨੂੰ ਇੱਕ ਜਿਹੜਾ ਹਵਾਲਾ ਮਿਲਦਾ ਹੈ, ਜਿਹਦੇ ਵਿੱਚ ਇੱਕ ਹਿੰਦੂ ਲੜਕੀ ਦਾ ਸਿੱਖਾਂ ਦੇ ਘਰ ਵਿਆਹ ਕੀਤਾ ਜਾਂਦਾ ਹੈ। ਲਕਸ਼ਮੀ ਦਾ ਨਾਤਾ ਇੱਕ ਮੋਨੇ ਨਾਲ ਹੋਇਆ ਸੀ, ਜੋ ਅਨਪੜ੍ਹ ਲੋਲਾ ਜਿਹਾ ਅਤੇ ਅੱਖੋਂ ਭੈਂਗ ਮਾਰਦਾ ਸੀ। ਲੜਕੀ ਪੜ੍ਹਾਈ ਵਿੱਚ ਲਾਇਕ, ਸੁਨੱਖੀ ਅਤੇ ਹਰ ਤਰ੍ਹਾਂ ਨਾਲ ਉੱਚੀ ਬਿਰਤੀ ਵਾਲੀ ਸੀ। ਸੰਜੋਗ ਨਾਲ ਹੋਇਆ ਵੀ ਇਉਂ ਹੀ ਕਿ ਉਸ ਦਾ ਵਿਆਹ ਇੱਕ ਉੱਚੇ ਖਾਨਦਾਨ ਦੇ ਲਾਇਕ ਸਿੱਖ ਨਾਲ ਕਰਾਇਆ ਗਿਆ। ਇਸ ਤੋਂ ਬਾਅਦ ਸਾਨੂੰ ਆਰਸੀ ਦਾ ਜਿਹੜਾ ਜਾਤ ਪਾਤੀ ਸਮਾਜ ਆ ਉਹਦੇ ਬਾਰੇ ਪਤਾ ਲੱਗਦਾ ਆ। ਆਰਸੀ ਦੇ ਵਿੱਚੋਂ ਉਸ ਸਮੇਂ ਦੀ ਜਿਹੜਾ ਜਾਤ ਪਾਤੀ ਸਿਸਟਮ ਹੈ, ਇਹ ਮਨੂ ਸਮ੍ਰਿਤੀ ਦੁਆਰਾ ਜਿਹੜਾ ਸਮਾਜ ਨੂੰ 4 ਭਾਗਾਂ ਵਿੱਚ ਵੰਡ ਦਿੱਤਾ ਸੀ। ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਬ੍ਰਾਹਮਣ ਸਭ ਤੋਂ ਉੱਚ ਜਾਤੀ ਸੀਗੀ ਅਤੇ ਸ਼ੂਦਰਾਂ ਨਾਲ ਸਭ ਤੋਂ ਬੁਰਾ ਵਿਹਾਰ ਕੀਤਾ ਜਾਂਦਾ ਸੀ, ਅਮਾਨਵੀ ਵਿਹਾਰ ਕੀਤਾ ਜਾਂਦਾ ਸੀ। ਜੇ ਕੋਈ ਸ਼ੂਦਰ ਬ੍ਰਾਹਮਣ ਦੇ ਖੂਹ ਦੇ ਕੋਲ ਦੀ ਵੀ ਲੰਘ ਜਾਂਦਾ ਸੀਗਾ ਅਤੇ ਉਹਨੂੰ ਪਿੱਟਿਆ ਗਿਆ ਸਮਝਿਆ ਜਾਂਦਾ ਸੀ। ਜੇ ਕਿਸੇ ਸ਼ੂਦਰ ਦਾ ਕਿਸੇ ਬ੍ਰਾਹਮਣ ਦੇ ਉੱਤੇ ਪਰਛਾਵਾਂ ਵੀ ਪੈ ਜਾਂਦਾ ਸੀ ਤਾਂ ਵੀ ਉਹ ਆਪਣੇ ਆਪ ਨੂੰ ਅਪਵਿੱਤਰ ਮੰਨਦਾ ਸੀਗਾ। ਜਾਂ ਜੇ ਕੋਈ ਸ਼ੂਦਰ ਕਿਸੇ ਬ੍ਰਾਹਮਣ ਦੀ ਰੋਟੀ ਦੇ ਵੱਲ ਵੇਖ ਵੀ ਲੈਂਦਾ ਸੀਗਾ ਅਤੇ ਉਹ ਵੀ ਉਸਨੂੰ ਅਪਵਿੱਤਰ ਸਮਝ ਕੇ ਸੁੱਟ ਦਿੱਤਾ ਜਾਂਦਾ ਸੀਗਾ। ਅਤੇ ਇਹ ਤਾਂ ਮੁੱਢਲੇ ਰੂਪ 'ਚ ਜਿਹੜੀ ਜਾਤ ਪਾਤੀ ਸਿਸਟਮ ਜਿਹੜਾ ਸੀਗਾ ਸਾਡੇ ਸਮਾਜ ਦਾ ਉਹ ਸੀ। ਪਰ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜਾ ਜਾਤ ਪਾਤੀ ਸਿਸਟਮ ਜਿਹੜਾ ਉਹ ਚੱਲ ਰਿਹਾ। ਬੇਸ਼ੱਕ ਅਸੀਂ ਪੜ੍ਹੇ ਲਿਖੇ ਹੋ ਗਏ ਹਾਂ, ਆਧੁਨਿਕ ਤਕਨੀਕ ਦੇ ਨਾਲ ਆਪਣੇ ਜੀਵਨ ਨੂੰ ਜਿਉਂਦੇ ਹਾਂ, ਪਰ ਫਿਰ ਵੀ ਸਾਡਾ ਜਿਹੜਾ ਜੀਵਨ ਆ ਉਹਦੇ ਵਿੱਚ ਜਾਤ ਪਾਤੀ ਸਿਸਟਮ ਦਾ ਬਹੁਤ ਇੱਕ ਪੇਚੀਦਾ ਜਿਹੜੀ ਇਹ ਸਿਸਟਮ ਆ, ਗੁੰਝਲਦਾਰ ਆ, ਇੱਕ ਸ਼ਕਤੀ ਆ ਜਿਹਨੂੰ ਤੋੜਨਾ ਬਹੁਤ ਜਿਹੜਾ ਔਖਾ ਆ। ਜੇ ਇਹਨੂੰ ਕੋਈ ਤੋੜਨ ਦੀ ਕੋਸ਼ਿਸ਼ ਕਰਦਾ ਹੈ ਅਤੇ ਸਮਾਜ ਵੱਲੋਂ ਉਹਦੇ ਨਾਲ ਜੋ ਕੁਝ ਕੀਤਾ ਜਾਂਦਾ ਹੈ, ਉਹਨੂੰ ਜਿਹੜੀ ਸਜ਼ਾ ਦਿੱਤੀ ਜਾਂਦੀ ਹੈ, ਉਹ ਇੱਕ ਵੱਖਰੇ ਤਰੀਕੇ ਦੀ ਗੱਲ ਆ। ਚਲੋ, ਆਰਸੀ ਦੇ ਵਿੱਚ ਸਾਨੂੰ ਜਿਹੜਾ ਦੇਖਣ ਨੂੰ ਮਿਲਦਾ ਹੈ ਕਿ ਉਸ ਸਮੇਂ ਦੇ ਵਿੱਚ ਜਿਹੜਾ ਇੱਕ ਛੋਟੀ ਜਾਤ ਦੇ ਲੋਕ ਸੀਗੇ ਉਹਨਾਂ ਨੂੰ ਕਿਸ ਨਾਂ ਨਾਲ ਬੁਲਾਇਆ ਜਾਂਦਾ ਸੀਗਾ। ਅਤੇ ਇੱਕ ਜੱਟ ਜਾਤੀ ਦੀ ਜਿਹੜੀ ਉੱਚਤਾ ਆ ਅਤੇ ਛੋਟੀ ਜਾਤੀ ਦੀ ਜਿਹੜੀ ਨਿਵਾਨਤਾ ਆ, ਨੀਵਾਂਪਣ ਆ, ਉਹਨੂੰ ਦਰਸਾਇਆ ਗਿਆ ਹੈ। ਇਸ ਦੇ ਨਾਲ ਹੀ ਸਾਨੂੰ ਆਰਸੀ ਦੇ ਵਿੱਚੋਂ ਜੇਕਰ ਧਾਰਮਿਕ ਸਥਿਤੀ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਚੰਗੀ ਤਰ੍ਹਾਂ ਉਘੜ ਕੇ ਸਾਹਮਣੇ ਆਉਂਦੀ ਆ। ਜਿਹੜੀ ਸੰਪਰਦਾਇਕਤਾ ਹੈ ਕਿ ਆਪਣੇ ਧਰਮ ਨੂੰ ਸਭ ਤੋਂ ਉੱਚਾ ਸਮਝਣਾ ਅਤੇ ਦੂਜਿਆਂ ਨੂੰ ਬੁਰਾ ਕਹਿਣਾ ਜਾਂ ਦੂਜਿਆਂ ਬਾਰੇ ਗਲਤ ਵਿਚਾਰ ਰੱਖਣੇ, ਉਹ ਸਾਨੂੰ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਨਜ਼ਰ ਆਉਂਦੀ ਹੈ। ਉਸ ਤੋਂ ਪਹਿਲਾਂ ਇਹ ਵਾਲੀਆਂ ਚੀਜ਼ਾਂ ਨਹੀਂ ਸੀਗੀਆਂ। ਉਸ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਮੰਦਰ, ਗੁਰਦੁਆਰੇ, ਮਸੀਤਾਂ ਵੀ ਹੁੰਦੀਆਂ ਸੀਗੀਆਂ, ਜਿੱਥੇ ਬੰਦਾ ਆਪਣੀ ਮਰਜ਼ੀ ਅਨੁਸਾਰ ਆ ਜਾ ਸਕਦਾ ਸੀਗਾ, ਨਿਰਪੱਖ ਸੀਗਾ ਅਤੇ ਇੱਕ ਦੂਜੇ ਦੇ ਧਰਮ ਨੂੰ ਕੋਈ ਵੀ ਬੁਰਾ ਨਹੀਂ ਸੀ ਕਹਿੰਦਾ, ਨਾ ਹੀ ਕੋਈ ਕਿਸੇ ਦੇ ਧਰਮ ਦੇ ਵਿੱਚ ਕੋਈ ਦਖਲ ਅੰਦਾਜ਼ੀ ਕਰਦਾ ਸੀਗਾ, ਸਗੋਂ ਆਪਸ 'ਚ ਰਲ ਮਿਲ ਕੇ ਰਿਹਾ ਜਾਂਦਾ ਸੀਗਾ। ਅਤੇ ਜਿਹੜੀ ਧਾਰਮਿਕ ਸਥਿਤੀ ਆ ਉਸ ਸਮੇਂ ਦੀ ਅੱਜ ਦੇ ਸਮੇਂ ਦੇ ਨਾਲੋਂ ਬਹੁਤ ਵੱਖਰੀ ਸੀਗੀ। ਅਤੇ ਜਿਹੜੀ ਸ਼ਰਧਾ ਸੀ ਉਹ ਲੋਕਾਂ 'ਚ ਕੁੱਟ-ਕੁੱਟ ਕੇ ਭਰੀ ਸੀ। ਸ਼ਰਧਾ ਦੇ ਕਾਰਨ ਹੀ ਲੋਕ ਧਾਰਮਿਕ ਜਿਹੜੇ ਰੀਤਾਂ ਰਸਮਾਂ ਸੀ ਜਾਂ ਦਾਨ ਦੇਣ ਦਾ ਜਿਹੜਾ ਸਾਨੂੰ ਪਤਾ ਲੱਗਦਾ ਹੈ ਉਸ ਸਮੇਂ 'ਚੋਂ। ਅਤੇ ਜਿਹੜੀ ਫਿਰਕਾ ਪ੍ਰਸਤੀ ਆ, ਸੰਪਰਦਾਇਕਤਾ, ਉਹ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਸਾਹਮਣੇ ਆਉਂਦੀ ਹੈ। ਇੱਕ ਤਰੀਕੇ ਨਾਲ ਜਿਹੜੀ ਆਰਸੀ ਹੈ ਇਹਦੇ ਵਿੱਚ ਸਾਨੂੰ 2 ਸਥਿਤੀਆਂ ਦਾ ਪਤਾ ਲੱਗਦਾ ਹੈ। ਇੱਕ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਦੀ ਸਥਿਤੀ ਹੈ ਅਤੇ ਇੱਕ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਦੀ ਸਥਿਤੀ ਹੈ ਜਿਹੜਾ ਸਮਾਜ ਸੱਭਿਆਚਾਰ ਆ। ਅਤੇ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਜਿਹੜਾ ਬਹੁਤ ਕੁਝ ਵੱਖਰਾ ਸੀਗਾ, ਜਿਹੜਾ ਅੰਗਰੇਜ਼ਾਂ ਦੇ ਆਉਣ ਦੇ ਨਾਲ ਬਦਲ ਗਿਆ। ਇਸ ਸਮੇਂ ਸਾਨੂੰ ਔਰਤ ਦੀ ਸਥਿਤੀ ਦਾ ਵੀ ਪਤਾ ਲੱਗਦਾ ਹੈ। ਜਿਹੜੀਆਂ ਔਰਤਾਂ ਆ ਮੁੱਖ ਰੂਪ ਵਿੱਚ ਘਰ-ਬਾਰ ਸੰਭਾਲਦੀਆਂ ਸੀਗੀਆਂ ਅਤੇ ਉਹ ਆਪਣੇ ਫੈਸਲੇ ਵੀ ਖੁਦ ਨਹੀਂ ਸੀ ਲੈ ਸਕਦੀਆਂ, ਨਾ ਹੀ ਉਹਨਾਂ ਦੀ ਪੜ੍ਹਾਈ ਵੱਲ ਬਹੁਤਾ ਜ਼ਿਆਦਾ ਧਿਆਨ ਦਿੱਤਾ ਜਾਂਦਾ ਸੀਗਾ। ਅਤੇ ਜਿਹੜੀਆਂ ਕੁੜੀਆਂ ਸ਼ਹਿਰਾਂ ਦੀਆਂ ਪੜ੍ਹਦੀਆਂ ਵੀ ਸੀਗੀਆਂ ਉਹ ਵੀ ਆਟੇ ਵਿੱਚ ਲੂਣ ਦੇ ਬਰਾਬਰ ਹੀ ਸੀਗੀਆਂ ਅਤੇ ਨਾ ਹੀ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਵਿਆਹ ਕਰਨ ਦੀ ਇਜਾਜ਼ਤ ਹੁੰਦੀ ਸੀਗੀ। ਪਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਬਦਲਾਵ ਆਇਆ ਹੈ। ਅੱਜ ਦੇ ਸਮੇਂ ਦੇ ਵਿੱਚ ਜਿਹੜੀ ਔਰਤ ਆ ਉਹ ਮਰਦ ਵਾਂਗ ਹੀ ਆਪਣੀ ਮਰਜ਼ੀ ਅਨੁਸਾਰ ਪੜ੍ਹ ਲਿਖ ਸਕਦੀ ਆ। ਆਪਣੀਆਂ ਜਿਹੜੀ ਆਰਥਿਕ ਸਥਿਤੀ ਆ ਉਹਦੇ 'ਤੇ ਔਰਤ ਜਿਹੜੀ ਆ ਉਹ ਆਪਣੇ ਆਪ ਨੂੰ ਖੜ੍ਹਾ ਕਰ ਸਕਦੀ ਆ ਆਪਣੇ ਪੈਰਾਂ 'ਤੇ ਅਤੇ ਘਰ ਨੂੰ ਮਰਦ ਦੇ ਬਰਾਬਰ ਹੀ ਚਲਾ ਸਕਦੀ ਹੈ। ਪਰ ਇਹਦੇ 'ਚ ਸਾਨੂੰ ਪ੍ਰਿੰਸੀਪਲ ਤੇਜਾ ਸਿੰਘ ਦੀ ਜਿਹੜੀ ਇੱਕ ਮਾਨਸਿਕਤਾ ਦਾ ਪਤਾ ਲੱਗਦਾ ਹੈ ਕਿ ਜਿਵੇਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੱਤੀ ਹੈ ਕਿ ਕਲਾਸ ਵਿੱਚ ਕੁਝ ਖਾਸ ਚੈਪਟਰ ਬੇਬਾਕੀ ਅਤੇ ਨਿਸ਼ੰਗ ਹੋ ਕੇ ਨਹੀਂ ਪੜ੍ਹਾ ਸਕਦਾ ਸੀ। ਉਹ ਲਿਖਦਾ ਹੈ, ਉਸ ਕਲਾਸ ਵਿੱਚ ਨਵੀਂ ਸਾਂਝੀ ਪੜ੍ਹਾਈ ਸ਼ੁਰੂ ਹੋਈ ਸੀ। ਮੁੰਡੇ ਕੁੜੀਆਂ ਇਕੱਠੇ ਬੈਠਦੇ ਸਨ।
ਇੱਕ ਦਿਨ ਮੈਂ ਕਲਾਸ ਦੀਆਂ ਕੁੜੀਆਂ ਨੂੰ ਕਿਹਾ ਤੁਸੀਂ ਕੱਲ੍ਹ ਜਮਾਤ ਵਿੱਚ ਨਾ ਆਉਣਾ, ਕਿਉਂਕਿ ਹੈਲੀਫੈਕਸ ਦੀ ਜੈਂਟਲਮੈਨ ਦੇ ਨਾਵਲ ਦਾ ਸੀਨ ਪੜ੍ਹਿਆ ਜਾਣਾ ਸੀ, ਜਿਸ ਵਿੱਚ ਹੀਰੋ ਅਤੇ ਹੀਰੋਇਨ ਆਪਸ ਵਿੱਚ ਪਿਆਰ ਕਰਦੇ ਵਿਖਾਏ ਹਨ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਪਹਿਲਾਂ ਕੁੜੀਆਂ ਮੁੰਡਿਆਂ ਨੂੰ ਇਕੱਠੇ ਬੈਠ ਕੇ ਪੜ੍ਹਨ ਦੀ ਇਜਾਜ਼ਤ ਨਹੀਂ ਸੀ ਹੁੰਦੀ। ਇਸੇ ਪ੍ਰਕਾਰ ਸਾਨੂੰ ਪਤਾ ਲੱਗਦਾ ਆ ਕਿ ਜਿਹੜਾ ਪ੍ਰਿੰਸੀਪਲ ਤੇਜਾ ਸਿੰਘ ਆ ਉਸ ਦੇ ਸਮੇਂ ਦੇ ਵਿੱਚ ਹੀ ਜਿਹੜਾ ਕੋ ਐਜੂਕੇਸ਼ਨ ਦਾ ਸਿਸਟਮ ਸ਼ੁਰੂ ਹੋਇਆ ਹੈ ਅਤੇ ਉਹ ਉਸ ਸਮੇਂ ਇੱਕ ਅਚੰਭੇ ਦੀ ਗੱਲ ਸੀਗੀ। ਇੱਕ ਹੋਰ ਜਿਹੜਾ ਤੱਥ ਸਾਡੇ ਸਾਹਮਣੇ ਆਉਂਦਾ ਹੈ ਕਿ ਕਾਲਜ ਦੀ ਪੜ੍ਹਾਈ ਦੇ ਵਿੱਚ ਸ਼ਹਿਰ ਦੀਆਂ ਔਰਤਾਂ ਦੀ ਭਾਗੀਦਾਰੀ ਵੀ ਸੀ, ਪਰ ਲੇਖਕ ਨੇ ਸਵੈ ਜੀਵਨੀ ਦੇ ਵਿੱਚ ਪੇਸ਼ ਵੇਰਵਿਆਂ ਦੇ ਵਿੱਚ ਕਿਤੇ ਵੀ ਔਰਤ ਦਾ ਜ਼ਿਕਰ ਜਿਹੜਾ ਨਹੀਂ ਕੀਤਾ। ਸਮਾਜੀ ਖੇਤਰ ਵਿੱਚ ਪਰਿਵਾਰ, ਵਿਆਹ, ਧਰਮ ਆਦਿ ਪੱਖਾਂ ਦੇ ਨਾਲ ਸਿੱਖਿਆ ਦਾ ਵੀ ਅਹਿਮ ਮਹੱਤਵ ਆ। ਆਰਸੀ ਵਿੱਚ ਦੋ ਤਰ੍ਹਾਂ ਦੀ ਸਿੱਖਿਆ ਪ੍ਰਣਾਲੀ ਦਾ ਜ਼ਿਕਰ ਮਿਲਦਾ ਹੈ, ਇੱਕ ਪੁਰਾਤਨ ਅਤੇ ਦੂਜਾ ਆਧੁਨਿਕ। ਪੁਰਾਤਨ ਸਿਸਟਮ ਜਿਹੜਾ ਹੈ ਉਹਦੇ ਵਿੱਚ ਜਿਹੜੀਆਂ ਵਿਦਿਆਰਥੀਆਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਸੀ, ਉਹ ਸਹੂਲਤਾਂ ਆਧੁਨਿਕ ਸਿਸਟਮ ਦੇ ਵਿੱਚ ਵੀ ਜਾਰੀ ਰਹੀਆਂ। ਅਤੇ ਪ੍ਰਿੰਸੀਪਲ ਸਾਹਿਬ ਨੇ ਖੁਦ ਜਿਹੜੀ ਆਪਣੀ ਮੁੱਢਲੀ ਸਿੱਖਿਆ ਉਹ ਮਦਰੱਸਿਆਂ ਤੋਂ ਹਾਸਿਲ ਕੀਤੀ ਸੀ, ਅਤੇ ਮਦਰੱਸੇ ਜਿਹੜੇ ਉਹ ਮੌਲਵੀ ਦੇ ਅਧੀਨ ਹੁੰਦੇ ਸੀਗੇ, ਅਤੇ ਉੱਥੋਂ ਉਹਨੇ ਉਰਦੂ ਫਾਰਸੀ ਦਾ ਗਿਆਨ ਜਿਹੜਾ ਉਹਨੂੰ ਹਾਸਿਲ ਕੀਤਾ। ਫਿਰ ਉਹ ਰਾਵਲਪਿੰਡੀ ਦੇ ਵਿੱਚ ਦਾਖਲ ਹੋ ਗਿਆ ਸਕੂਲ ਦੇ ਵਿੱਚ। ਫਿਰ ਕਾਲਜਾਂ ਯੂਨੀਵਰਸਿਟੀਆਂ ਵਾਲਾ ਪ੍ਰਬੰਧ ਜਿਹੜਾ ਉਹ ਬਾਅਦ ਵਿੱਚ ਆਉਂਦਾ ਹੈ ਹੌਲੀ ਹੌਲੀ। ਇਹ ਅੰਗਰੇਜ਼ਾਂ ਦੇ ਆਉਣ ਨਾਲ ਸ਼ੁਰੂ ਹੁੰਦਾ ਹੈ ਕਾਲਜ ਯੂਨੀਵਰਸਿਟੀਆਂ ਵਾਲਾ ਪ੍ਰਬੰਧ। ਉਪਰੋਕਤ ਜਿਹੜੇ ਵਿਚਾਰ ਚਰਚਾ ਹੈ ਉਹਦੇ 'ਚ ਸਾਨੂੰ ਅਸੀਂ ਕੁਛ ਕੁ ਜਿਹੜੇ ਪੱਖ ਨੇ ਸਮਾਜ ਦੇ ਉਹਨਾਂ ਨੂੰ ਉਹਦੀ ਵਿਚਾਰ ਚਰਚਾ ਕੀਤੀ ਹੈ। ਹੁਣ ਅਸੀਂ ਸੱਭਿਆਚਾਰਕ ਪ੍ਰਪੇਖ ਜਿਹੜਾ ਉਹਨੂੰ ਵਿਚਾਰਨ ਦਾ ਯਤਨ ਕਰਦੇ ਹਾਂ। ਸੱਭਿਆਚਾਰ ਦੇ ਵਿੱਚ ਪਹਿਰਾਵਾ, ਖਾਣ ਪੀਣ, ਰਹਿਣ ਸਹਿਣ, ਭਾਸ਼ਾ, ਰੀਤਾਂ, ਰਸਮਾਂ ਅਤੇ ਲੋਕ ਧਾਰਾ ਵਰਗੇ ਜਿਹੜੇ ਪੱਖ ਆ ਉਹ ਸਾਡੇ ਸਾਹਮਣੇ ਆਉਂਦੇ ਆ। ਸਭ ਤੋਂ ਪਹਿਲਾਂ ਅਸੀਂ ਇਹ ਵਿਚਾਰਨ ਦਾ ਯਤਨ ਕਰਦੇ ਹਾਂ ਕਿ ਸੱਭਿਆਚਾਰ ਹੈ ਕੀ। ਸੱਭਿਆਚਾਰ ਜਿਹੜਾ ਹੈ ਦੋ ਸ਼ਬਦਾਂ ਸੱਭਿਆ ਪਲੱਸ ਆਚਾਰ ਤੋਂ ਬਣਦਾ ਹੈ, ਜਿਸ ਦਾ ਅਰਥ ਆ ਉਹ ਮਨੁੱਖ ਸੱਭਿਅਕ ਆ ਜਿਹਦਾ ਆਚਾਰ ਵਿਹਾਰ ਸੱਭਿਅਕ ਆ। ਸੱਭਿਆਚਾਰ ਵਿੱਚ ਸਭ ਤੋਂ ਪਹਿਲਾਂ ਪਹਿਰਾਵੇ ਦੀ ਗੱਲ ਆਉਂਦੀ ਆ, ਅਤੇ ਪਹਿਰਾਵਾ ਜਿਹੜਾ ਹੈ ਉਹਦੇ ਵਿੱਚ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਜਿਹੜਾ ਪਰਿਵਰਤਨ ਆ ਉਹ ਵੇਖਣ ਨੂੰ ਮਿਲਦਾ ਹੈ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਜਿਹੜਾ ਚਾਦਰਾ ਕੁੜਤਾ ਪਾਇਆ ਜਾਂਦਾ ਸੀਗਾ, ਅਤੇ ਫਿਰ ਉਸ ਤੋਂ ਬਾਅਦ ਜਦੋਂ ਪੈਂਟ ਸ਼ਰਟ ਦਾ ਰਿਵਾਜ਼ ਜਿਹੜਾ ਉਹ ਸ਼ੁਰੂ ਹੁੰਦਾ ਹੈ। ਅੰਗਰੇਜ਼ਾਂ ਦੇ ਆਉਣ ਨਾਲ ਔਰਤਾਂ ਦੇ ਪਹਿਰਾਵੇ ਦੇ ਵਿੱਚ ਬਹੁਤਾ ਬਦਲਾਵ ਨਹੀਂ ਆਉਂਦਾ, ਪਰੰਤੂ ਮਰਦਾਂ ਦੇ ਪਹਿਰਾਵੇ ਦੇ ਵਿੱਚ ਬਦਲਾਵ ਸਾਨੂੰ ਜਿਹੜਾ ਵੇਖਣ ਨੂੰ ਮਿਲਦਾ ਹੈ, ਕਿਉਂਕਿ ਔਰਤਾਂ ਬਹੁਤਾ ਕਰਕੇ ਘਰ ਦੇ ਵਿੱਚ ਰਹਿੰਦੀਆਂ ਸੀਗੀਆਂ ਅਤੇ ਮਰਦ ਜਿਹੜੇ ਸੀ ਉਹ ਘਰਾਂ ਤੋਂ ਬਾਹਰ ਕੰਮ ਕਰਨ ਵਾਸਤੇ ਆਉਂਦੇ ਸੀਗੇ। ਉਸ ਤੋਂ ਬਾਅਦ ਜਿਹੜਾ ਅਗਲਾ ਪੱਖ ਆ ਜਾਂਦਾ ਆ ਉਹ ਰਹਿਣ ਸਹਿਣ ਆ ਜਾਂਦਾ ਆ, ਅਤੇ ਇਹ ਸਾਨੂੰ ਦੇਖਣ ਨੂੰ ਮਿਲਦਾ ਆ ਕਿ ਜਿਹੜਾ ਪਿੰਡਾਂ ਦਾ ਪਹਿਲਾ ਰਹਿਣ ਸਹਿਣ ਸੀਗਾ ਉਹ ਸਾਦਗੀ ਭਰਪੂਰ ਸੀਗਾ। ਸਾਦਾ ਜੀਵਨ ਜਿਉਂਦੇ ਸੀ, ਸਧਾਰਨ ਜ਼ਿੰਦਗੀ ਪੇਸ਼ ਕੀਤੀ ਹੈ ਇਹਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਨੇ। ਅਤੇ ਸ਼ਹਿਰਾਂ ਦੇ ਜੀਵਨ ਦੇ ਵਿੱਚ ਥੋੜ੍ਹੀ ਜਿਹੀ ਆਧੁਨਿਕਤਾ ਜਿਹੜੀ ਆ ਉਹਦੀ ਝਲਕ ਸਾਨੂੰ ਮਿਲਦੀ ਆ। ਅਤੇ ਨੀਵੇਂ ਪੱਧਰ ਦੇ ਜਿਹੜੇ ਲੋਕ ਸੀਗੇ, ਨੀਵੇਂ ਵਰਗ ਦੇ ਲੋਕ ਸੀਗੇ, ਉਹਨਾਂ ਦਾ ਜਿਹੜਾ ਜੀਵਨ ਸੀ ਸਧਾਰਨ ਸੀ, ਅਤੇ ਸਾਰਾ ਸਮਾਂ ਉਹਨਾਂ ਦਾ ਜਿਹੜਾ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਵਿੱਚ ਹੀ ਲੰਘ ਜਾਂਦਾ ਸੀਗਾ। ਅਤੇ ਮੱਧ ਵਰਗੀ ਲੋਕ ਜਿਹੜੇ ਸੀਗੇ ਉਹ ਫੋਕੀ ਠਾਠ ਬਾਠ ਨਾਲ ਆਪਣਾ ਜੀਵਨ ਜਿਉਣਾ ਪਸੰਦ ਕਰਦੇ ਸੀ, ਅਤੇ ਉੱਪਰਲੇ ਵਰਗ ਦਾ ਜੀਵਨ ਅੱਜ ਵਾਂਗੂ ਐਸ਼ ਪ੍ਰਸਤੀ ਦੇ ਨਾਲ ਹੀ ਬਤੀਤ ਹੁੰਦਾ ਸੀਗਾ। ਇਸੇ ਪ੍ਰਕਾਰ ਉਸ ਸਮੇਂ ਦੀ ਜਿਹੜੀ ਭਾਸ਼ਾ ਆ ਉਹਦੇ ਵਿੱਚ ਵੀ ਜਿਹੜਾ ਪਰਿਵਰਤਨ ਆਉਂਦਾ ਆ। ਪਹਿਲੇ ਸਮੇਂ ਦੇ ਵਿੱਚ ਉਰਦੂ, ਫਾਰਸੀ, ਹਿੰਦੀ, ਪੰਜਾਬੀ ਦੇ ਨਾਲ ਹੁਣ ਅੰਗਰੇਜ਼ੀ ਦਾ ਜਿਹੜਾ ਮਾਧਿਅਮ ਆ ਉਹ ਵੀ ਸਿੱਖਿਆ ਦੇ ਵਿੱਚ ਆਈ ਆ। ਉਸ ਸਮੇਂ ਦੇ ਲੋਕਾਂ ਦੀ ਜਿਹੜੀ ਲੋਕਧਾਰਾ ਉਹ ਵੀ ਸਾਂਝੀ ਸੀਗੀ। ਇੱਕ ਪਿੰਡ ਜਾਂ ਸ਼ਹਿਰ ਦੇ ਵੱਖ-ਵੱਖ ਕੌਮੀਅਤ ਵਾਲੇ ਲੋਕਾਂ ਦੀ ਆਪਸ ਵਿੱਚ ਲੋਕਧਾਰਾਈ ਸਾਂਝ ਅਤੇ ਪੱਧਰ ਜਿਹੜੀ ਲੋਕਧਾਰਾਈ ਪੱਧਰ 'ਤੇ ਸਾਂਝ ਆ ਸਾਨੂੰ ਨਜ਼ਰ ਆਉਂਦੀ ਆ। ਰਸਮਾਂ ਰਿਵਾਜ ਵੀ ਸਾਂਝੇ ਸੀਗੇ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਆਰਸੀ ਦੇ ਵਿੱਚ ਵਿਸ਼ੇਸ਼ ਰੂਪ ਵਿੱਚ ਜੰਮਣ, ਮਰਨ ਅਤੇ ਵਿਆਹ ਦੀਆਂ ਰਸਮਾਂ ਦਾ ਤਾਂ ਵੇਰਵਾ ਨਹੀਂ ਮਿਲਦਾ, ਪਰ ਬਾਕੀ ਵੇਰਵਿਆਂ ਰਾਹੀਂ ਕਿਤੇ ਕਿਤੇ ਇਹਨਾਂ ਦੀ ਨਿਸ਼ਾਨਦੇਹੀ ਜਿਹੜੀ ਉਹ ਕੀਤੀ ਗਈ ਸਾਨੂੰ ਮਿਲਦੀ ਆ। ਇਹਦੇ ਵਿੱਚ ਲੇਖਕ ਦੇ ਦਾਦਾ ਜੀ ਦੇ ਸਰਾਧ ਅਤੇ ਲੇਖਕ ਦੀ ਧੀ ਮਾਨਾਂ ਦੇ ਅੰਤਿਮ ਸੰਸਕਾਰ ਦਾ ਜ਼ਿਕਰ ਮਿਲਦਾ ਹੈ, ਜਿਹਦੇ ਤੋਂ ਕਿ ਸਾਨੂੰ ਉਸ ਸਮੇਂ ਦੀ ਜਿਹੜੀ ਜੰਮਣ ਮਰਨ ਦੀਆਂ ਜਿਹੜੀਆਂ ਰਸਮਾਂ ਆ ਉਹਨਾਂ ਦਾ ਸਾਨੂੰ ਪਤਾ ਲੱਗਦਾ ਆ। ਇਸ ਤਰ੍ਹਾਂ ਉਪਰੋਕਤ ਵਿਚਾਰ ਚਰਚਾ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਪ੍ਰਿੰਸੀਪਲ ਤੇਜਾ ਸਿੰਘ ਦੀ ਜਿਹੜੀ ਸਵੈ ਜੀਵਨੀ ਆਰਸੀ ਆ ਉਹਦੇ 'ਚ ਸਿਰਫ ਪ੍ਰਿੰਸੀਪਲ ਤੇਜਾ ਸਿੰਘ ਦੇ ਜੀਵਨ ਨੂੰ ਹੀ ਨਹੀਂ ਦੇਖਿਆ ਜਾ ਸਕਦਾ, ਉਸ ਸਮੇਂ ਦੇ ਸਮਾਜ ਨੂੰ, ਉਸ ਸਮੇਂ ਦੇ ਸਮਾਜ ਦੀ ਸਮੁੱਚੀ ਤਸਵੀਰ ਨੂੰ ਵੀ ਦੇਖਿਆ ਜਾ ਸਕਦਾ ਆ। ਉਸ ਸਮੇਂ ਦੇ ਧਾਰਮਿਕ ਜਿਹੜੇ ਰਸਮਾਂ ਰਿਵਾਜ਼ਾਂ ਸੀਗੀਆਂ, ਉਸ ਸਮੇਂ ਦੀ ਵਿਆਹ ਪ੍ਰਥਾ, ਪਹਿਰਾਵਾ, ਖਾਣ ਪੀਣ, ਆਰਥਿਕਤਾ,
ਉਸ ਸਮੇਂ ਦੀ ਜਿਹੜੀ ਦੋ ਭਾਗਾਂ ਦੇ ਵਿੱਚ ਜਿਹੜਾ ਅਸੀਂ ਸਮੇਂ ਨੂੰ ਵੰਡਿਆ, ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਅਤੇ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ, ਇਹ ਸਾਰੀ ਸਮਾਜ ਦੀ ਸਮੁੱਚੀ ਤਸਵੀਰ ਜਿਹੜੀ ਆ ਉਹ ਸਾਡੇ ਸਾਹਮਣੇ ਪ੍ਰਿੰਸੀਪਲ ਤੇਜਾ ਸਿੰਘ ਨੇ ਆਰਸੀ ਰਾਹੀਂ ਪੇਸ਼ ਕਰਨ ਦਾ ਯਤਨ ਕੀਤਾ ਹੈ।